ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਆਪਣਾ ਜੋ ਲਾਈਵ ਹੋਣ ਦਾ ਜੋ ਮਕਸਦ ਹੈ, ਜੋ ਆਪਾਂ ਗੱਲ ਕਰਨੀ ਹੈ, ਜੋ ਖਾਲਿਸਤਾਨ ਦੇ ਜੋ ਸਾਡੇ ਲੀਡਰ ਨੇ, ਜੋ ਖਾਲਿਸਤਾਨ ਦੀ ਮੰਗ ਕਰਦੇ ਆ ਰਹੇ ਨੇ ਪਿਛਲੇ ਟਾਈਮ ਤੋਂ, ਤੇ ਜੋ ਉਹਨਾਂ ਦਾ ਤਾਨਾਸ਼ਾਹ ਰਵੱਈਆ ਹੈ। ਆਪਾਂ ਵੇਖਿਆ ਸਿਮਰਨਜੀਤ ਮਾਨ ਕਿਸ ਤਰ੍ਹਾਂ ਵੇਖੋ ਕੱਲ ਧੱਕੇ ਮਾਰ ਰਹੇ ਸੀ ਗੁਰਸਿੱਖ, ਤੇ ਉਹ ਵੀ ਸਿਆਣੇ ਬਿਆਣੇ ਘੱਟੋ ਘੱਟ ਮੇਰੇ ਖਿਆਲ 50-60 ਸਾਲ ਦੇ ਉਮਰ ਦੇ ਬੰਦਿਆਂ ਨੂੰ ਧੱਕੇ ਮਾਰ ਰਹੇ ਸੀ ਉਹ, ਤੇ ਕਿੱਡਾ ਉਹਨਾਂ ਨੂੰ ਬੇਇੱਜ਼ਤ ਕੀਤਾ ਉਹਨਾਂ ਨੇ। ਕਿ ਇੱਕ ਜੇ ਉਹੀ ਮੰਨ ਕੇ ਚਲੋ ਗੈਰ ਸਿੱਖ ਲੀਡਰ ਇਸ ਤਰ੍ਹਾਂ ਕਿਤੇ ਉਹਨੇ ਸਰਦਾਰ ਬੰਦਿਆਂ ਨੂੰ, ਗੁਰਸਿੱਖ ਬੰਦਿਆਂ ਨੂੰ ਧੱਕੇ ਮਾਰੇ ਹੁੰਦੇ, ਤੇ ਫਿਰ ਅਸੀਂ ਕੀ ਕਹਿਣਾ ਸੀ? ਫਿਰ ਅਸੀਂ ਉਹ ਕਹਿਣਾ ਸੀ ਵੀ ਸਾਡਾ ਇੱਕੋ ਹੀ ਹੱਲ ਹੈ, ਆਜ਼ਾਦੀ ਇਸ ਦਾ, ਖਾਲਿਸਤਾਨ ਇਸ ਦਾ ਹੱਲ ਹੈ। ਤੇ ਪਰ ਅੱਜ ਸਿਮਰਨਜੀਤ ਮਾਨ ਦਾ ਕੀ ਰਵੱਈਆ ਸਹੀ ਹੈ? ਬਿਲਕੁਲ। ਫਿਰ ਇਸ ਨੇ ਜਦੋਂ ਬਰਗਾੜੀ ਦੀ ਸਟੇਜ ਤੋਂ ਨਾਜਰ ਸਿੰਘ ਮਾਨਸ਼ਾਹੀਆ ਨੂੰ ਇਹਨੇ ਠੁੱਡੇ ਮਾਰੇ ਪੈਰਾਂ ਨਾਲ, ਕਿ ਇਹ ਚਲੋ ਬੰਦੇ ਦੀ ਨਹੀਂ ਇੱਜ਼ਤ ਕਰਦਾ, ਉਸ ਦੇ ਸਿਰ ਤੇ ਦਸਤਾਰ ਦੀ, ਗੁਰੂ ਸਾਹਿਬ ਦੇ ਪਾਏ ਬਾਣੇ ਹੋਏ ਦੀ ਵੀ ਨਹੀਂ ਇੱਜ਼ਤ ਕਰ ਸਕਦਾ, ਕਿ ਉਸਨੇ ਗਾਤਰਾ ਪਾਇਆ, ਉਸ ਦੀ ਦਾੜੀ ਆਪਾਂ ਕੱਲ ਵੇਖਿਆ ਉਹਨੇ ਦਾੜੀ ਤੱਕ ਹੱਥ ਮਾਰ ਕੇ ਉਹਨੇ ਪਰ ਧੱਕਿਆ ਗਾਤਰੇ ਨੂੰ। ਤੇ ਇਸੇ ਕਰਕੇ ਇਹਨੂੰ ਕੌਮ ਨੇ ਜਦੋਂ ਮੂੰਹ ਨਹੀਂ ਲਾਇਆ, ਤੇ ਕਿੱਦਾਂ ਕਹਿੰਦਾ ਸੀ ਮੇਰੀ ਕੌਮ ਨਹੀਂ ਮੈਨੂੰ ਜਿਤਾਉਂਦੀ, ਮੇਰੀ ਕੌਮ ਮੈਨੂੰ ਜਾਣ-ਬੁੱਝ ਕੇ ਹਰਾਉਂਦੀ ਏ। ਪਰ ਜੋ ਵੀ ਲੋਕਾਂ ਨੇ ਇਹਨੂੰ ਮੂੰਹ ਨਹੀਂ ਲਾਇਆ ਪਿਛਲੇ 20-25 ਸਾਲ, ਕਿਉਂਕਿ ਏਜੰਸੀਆਂ ਦਾ ਬੰਦਾ ਸੀ, ਇਸ ਨੇ ਕੌਮ ਦਾ ਘਾਣ ਕੀਤਾ ਏ ਰਲ ਕੇ ਏਜੰਸੀਆਂ ਦੇ ਨਾਲ। ਕਿਉਂਕਿ ਖਾਲਿਸਤਾਨ ਵੇਖੋ ਕਿੱਡੀ ਕੁ ਵੱਡੀ ਮੰਗ ਹੋ ਸਕਦੀ ਜੇ ਕਸ਼ਮੀਰ ਦੇ ਵਿੱਚ, ਐਡਾ ਵੱਡਾ ਕਸ਼ਮੀਰ ਜਿਸ ਦੀ ਪਾਕਿਸਤਾਨ ਵਰਗੇ ਦੇਸ਼ ਹਮਾਇਤ ਕਰਦੇ ਸੀ ਖੁੱਲ੍ਹ ਕੇ ਪੂਰੇ ਜ਼ੋਰ ਸ਼ੋਰ ਨਾਲ, ਜੋ ਉੱਥੇ ਅੱਤਵਾਦੀ ਜਿੰਨਾ ਪਲਾਨ ਕੀਤਾ ਹੈ ਪਾਕਿਸਤਾਨ ਦਾ ਚੱਲ ਰਿਹਾ ਹੈ ਕਿ ਉਸ ਨੂੰ ਆਜ਼ਾਦੀ ਦਿਵਾਈ ਜਾਵੇ। ਪਰ ਕੀ ਉਸਨੇ ਪਿਛਲੇ 30 ਸਾਲਾਂ ਦੇ ਵਿੱਚ ਕਸ਼ਮੀਰ ਨੇ ਕੀ ਕਰ ਲਿਆ? ਐਡੀ ਵੱਡੀ ਉਸ 'ਤੇ ਆਬਾਦੀ ਹੋਣ ਦੇ ਬਾਵਜੂਦ ਵੀ ਮੁਸਲਮਾਨ ਭਾਈਚਾਰੇ ਦੀ ਕੀ ਉਸਨੇ ਆਜ਼ਾਦੀ ਲੈ ਲਈ ਆ? ਫਿਰ ਉਸ ਦੇ ਮਗਰ ਕਿੱਡੀਆਂ ਵੱਡੀਆਂ ਤਾਕਤਾਂ, ਮੁਸਲਮਾਨ ਦੇਸ਼ ਕਿੰਨੇ ਨੇ, ਤੇ ਕਿੱਥੇ ਉਹਨਾਂ ਦੀ ਆਜ਼ਾਦੀ ਆ ਗਈ ਆ? ਤੇ ਕੀ ਇਹ ਜਾਣ ਬੁੱਝ ਕੇ ਕੁਛ ਆਪਣੀ ਸ਼ੌਹਰਤ ਦੇ ਲਈ ਇਹ ਸਾਰੀ ਕੌਮ ਨੂੰ ਜਾਣ ਬੁੱਝ ਕੇ ਮੂਰਖ ਬਣਾ ਰਹੇ ਨੇ? ਹੁਣ ਵੇਖੋ ਅੰਮ੍ਰਿਤਪਾਲ ਸਿੰਘ ਆਇਆ ਇੱਥੇ, ਜਥੇਬੰਦੀ ਪੰਜਾਬ ਦਾ ਵਾਰਸ ਪ੍ਰਧਾਨ ਬਣ ਕੇ, ਉਹ ਵੀ ਗੱਲ ਇੱਕੋ ਵੀ ਖਾਲਿਸਤਾਨ ਸਾਡਾ ਮਸਲਾ ਹੀ ਖਾਲਿਸਤਾਨ ਹੈ, ਹੱਲ ਹੈ। ਤੇ ਫਿਰ ਜੇ ਤੁਸੀਂ ਖਾਲਿਸਤਾਨ ਲੈਣਾ ਤੇ ਫਿਰ ਇੱਥੇ ਜਿਹੜੇ ਕੈਨੇਡਾ 'ਚ ਬੈਠੇ ਹੋਏ ਨੇ ਸਾਰੇ ਪੰਜਾਬੀ ਫਿਰ ਵਾਪਸ ਆ ਜਾਣਾ, ਫਿਰ ਆਪਾਂ ਰਲ ਕੇ ਸਾਰੇ ਖਾਲਿਸਤਾਨ ਲੈ ਲਈਏ। ਕਿਉਂਕਿ ਇਹ ਕੁਝ ਏਜੰਸੀਆਂ ਦੇ ਪਲਾਂਟ ਕੀਤੇ ਹੋਏ ਬੰਦੇ ਨੇ, ਸਿੱਖ ਕੌਮ ਨੂੰ ਇਹ ਬਰਬਾਦ ਕਰ ਰਹੇ ਨੇ। ਕੋਈ ਇਸ ਦਾ ਕੋਈ ਇਹਨਾਂ ਨੂੰ ਕੀ ਦੇਣ ਦੱਸੋ? ਸਿਮਰਨਜੀਤ ਮਾਨ ਨੇ ਇੱਕ ਵੀ ਜਾ ਕੇ ਇਹਨੇ ਬਿਆਨ ਦਿੱਤਾ ਆਪਣੇ ਲੋਕ ਸਭਾ ਦੇ ਵਿੱਚ, ਪਾਰਲੀਮੈਂਟ ਦੇ ਵਿੱਚ, ਕਿ ਜੋ ਬੇਅਦਬੀਆਂ ਹੋਈਆਂ ਗੁਰੂ ਸਾਹਿਬ ਦੀਆਂ ਉਸ ਬਾਰੇ ਬੋਲਿਆ ਹੈ? ਜਾਂ ਇਹ ਮੂਸੇਵਾਲੇ ਦੀ ਮੌਤ ਬਾਰੇ ਵੀ ਉੱਥੇ ਜਾ ਕੇ ਤੱਕ ਬੋਲਿਆ ਹੋਵੇ ਤੇ ਫਿਰ ਦੱਸੇ। ਇਸ ਨੇ ਸਿੱਖ ਕੌਮ ਦਾ ਘਾਣ ਕੀਤਾ ਹੈ। ਆਉਣ ਵਾਲੇ ਟਾਈਮ ਦੇ ਵਿੱਚ ਜੋ ਕਿ ਵੱਡੇ ਪੱਧਰ ਤੇ ਮੰਗ ਉੱਠ ਰਹੀ ਹੈ ਵੀ ਖਾਲਿਸਤਾਨ ਦੀ, ਤੇ ਕੀ ਦੱਸੋ ਤੁਸੀਂ ਵੀ ਖਾਲਿਸਤਾਨ ਆਉਣ ਵਾਲੇ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ, ਕਿੰਨੇ ਕੁ ਲੋਕ ਦੇ ਇਹਨਾਂ ਦੇ ਨਾਲ ਖਾਲਿਸਤਾਨ ਦੇ ਵਿਚਾਰ ਨਾਲ ਇਹਨਾਂ ਨਾਲ ਸਹਿਮਤ ਨੇ? ਇੱਕ ਬੰਨੇ ਤੇ ਲੋਕਾਂ ਨੂੰ ਆਪਣੇ ਵੀ ਸਾਰੇ ਜਿੰਨੇ ਵੇਖ ਲਓ, ਕੋਈ ਉਹੋ ਜਿਹਾ ਬੰਦਾ ਜਿਹੜਾ ਇੱਥੇ ਰਹਿ ਰਿਹਾ ਵੀ ਜਿਹੜਾ ਬਾਹਰ ਨਹੀਂ ਜਾ ਸਕਦਾ, ਉਹੀ ਇੱਥੇ ਰਹਿ ਰਿਹਾ, ਇੱਥੇ ਰਹਿਣਾ ਨਹੀਂ ਚਾਹੁੰਦਾ। ਦੂਜੇ ਬੰਨੇ ਖਾਲਿਸਤਾਨ ਦੀ ਮੰਗ ਕਰਨ ਡਏ ਨੇ, ਇੱਥੇ ਤੇ ਰਹਿਣ ਨੂੰ ਰਾਜੀ ਨਹੀਂ। ਆ ਸਾਰੇ ਵੇਖੋ ਭਈਏ, ਘੱਟੋ ਘੱਟ ਪੰਜਾਬ 'ਚ 20-25 ਲੱਖ ਤੋਂ ਭਈਆ ਆ ਗਿਆ, ਤੇ ਫਿਰ ਕਿਵੇਂ ਬਾਹਰਲੇ ਦੇਸ਼ ਜਾਣੋਂ ਲੋਕਾਂ ਨੂੰ ਪਹਿਲਾਂ ਤਾਂ ਇਹ ਰੋਕਣ ਹਾਂ ਵੀ ਜਿੰਨੇ ਨੌਜਵਾਨ ਬਾਹਰ ਜਾ ਰਹੇ ਨੇ। ਕਿਉਂਕਿ ਇਹ ਖਾਲਿਸਤਾਨ ਦੀ ਇਹਨਾਂ ਦੀ ਮੰਗ ਨਹੀਂ, ਇਹ ਸਿਰਫ ਇਹ ਲੋਕਾਂ ਨੂੰ ਗੁੰਮਰਾਹ ਕਰਨਾ ਇਹਨਾਂ ਦੀ ਮੰਗ ਆ। ਕਿਉਂਕਿ ਰਾਜਨੀਤਿਕ ਪਾਰਟੀਆਂ ਕੋਲ ਕੋਈ ਹੋਰ ਮੁੱਦਾ ਨਹੀਂ। 70 ਸਾਲ ਤੋਂ ਕੀ ਹਾਲ ਨੇ ਪੰਜਾਬ ਦੇ ਮਜ਼ਦੂਰ ਵਰਗ ਦੇ, ਕੀ ਹਾਲਾਤ ਬਣੇ ਹੋਏ ਨੇ। ਜਦੋਂ ਇਹਨਾਂ ਕੋਲ ਕੋਈ ਮੁੱਦਾ ਨਹੀਂ, ਕੋਈ ਕੰਮ ਇਹਨਾਂ ਕਰਨਾ ਨਹੀਂ, ਨਾ ਹੀ ਇਹਨਾਂ ਕੀਤਾ ਏ, ਤੇ ਪੰਜਾਬ ਦਾ ਇਹਨਾਂ ਕੋਈ ਮੁੱਦਾ ਹੀ ਕੋਈ ਨਹੀਂ ਗੱਲ ਕਰਨ ਲਈ, ਤੇ ਚਲੋ ਇਹ ਪਬਲਿਸਿਟੀ ਭਾਲਦੇ ਨੇ ਵੀ ਇਹਨਾਂ ਨਾਲ ਚੱਲ ਅਸੀਂ ਬਣੇ ਰਹੀਏ ਸੁਰਖੀਆਂ ਦੇ ਵਿੱਚ, ਵੀ ਹੋਰ ਨਹੀਂ ਚਲੋ ਖਾਲਿਸਤਾਨ ਦਾ ਹੀ ਏਜੰਡਾ ਰੌਲਾ ਪਾ ਛੱਡੋ। ਕਿ ਜਿੱਥੇ ਸਾਡੇ ਬਰਾਬਰ ਆਪਾਂ ਕਹਿ ਸਕਦੇ ਹਾਂ ਵੀ ਅੱਜ ਦੇ ਇਸ ਸਮੇਂ ਦੀ ਗਿਣਤੀ ਦੇ ਅਨੁਸਾਰ ਕੋਈ ਹਿੰਦੂਆਂ ਦੀ ਗਿਣਤੀ ਸਾਡੇ ਨਾਲੋਂ ਕੋਈ ਜ਼ਿਆਦਾ ਘੱਟ ਨਹੀਂ ਹੈਗੀ, ਲਗਭਗ ਅਸੀਂ ਕਹਿ ਸਕਦੇ ਵੀ ਸਾਡੇ ਜਾਂ ਬਰਾਬਰ ਹੀ ਹੋਏ ਬੈਠੇ ਆਪਾਂ ਕਹਿ ਸਕਦੇ ਅੱਜ ਦੇ ਹਾਲਾਤ ਦੇ ਮੁਤਾਬਕ। ਕਿਉਂਕਿ ਮਜ਼ਦੂਰ ਵਰਗੇ ਜਿਹੜਾ ਉਹ ਕਦੇ ਵੀ ਖਾਲਿਸਤਾਨ ਨੂੰ ਹਮਾਇਤ ਨਹੀਂ ਕਰੇਗਾ।
ਕਿਉਂਕਿ ਜੋ ਉਹਨਾਂ ਦੇ ਅੱਜ ਹਾਲਾਤ ਬਣੇ ਨੇ, ਸਿਮਰਨਜੀਤ ਮਾਨ ਆਪਣੇ ਵਰਕਰਾਂ ਨੂੰ ਧੱਕੇ ਮਾਰਨ ਡਿਆ ਏ, ਤੇ ਫਿਰ ਦੱਸੋ ਦੂਜਿਆਂ ਦੀ ਕਦੋਂ ਬਾਂਹ ਫੜੂਗਾ। ਫਿਰ ਮਹਿਰੋ ਨੇ, ਅੰਮ੍ਰਿਤਪਾਲ ਸਿੰਘ ਮਹਿਰੋ ਨੇ ਕੀ ਬਿਆਨ ਦਿੱਤਾ ਸੀ ਜਦੋਂ ਆਪਣਾ ਦਿੱਲੀ ਘਟਨਾ ਹੋਈ ਸੀ, ਜਿਸ ਤੇ ਉਹਨੇ ਲਿਖ ਕੇ ਆਇਆ ਸੀ ਕਿ ਅਸੀਂ ਬਦਲਾ ਲਵਾਂਗੇ, ਤੇ ਸਿਮਰਨਜੀਤ ਮਾਨ ਦੀ ਪਾਰਟੀ ਦੇ ਨਾਲ ਰਲ ਕੇ ਉਹ ਚੋਣਾਂ ਲੜਿਆ ਸੀ। ਤੇ ਸਿਮਰਨਜੀਤ ਮਾਨ ਨੇ ਕਿਹਾ ਸੀ ਵੀ ਜੇ ਤੇਰੇ ਤੋਂ ਆਪਦੀ ਜ਼ਬਾਨ ਧੁੰਦੀ ਤੇ ਕਰਾ ਲਾ, ਵੀ ਮੇਰੇ ਜੇ ਪੈਸੇ ਹੈਗੇ ਤੇ ਮੈਂ ਨਹੀਂ ਤੇਰੀ ਸਪੋਰਟ ਕਰਨੀ। ਜਿਹੜਾ ਆਪਦੇ ਕੈਂਡੀਡੇਟਾਂ ਦੀ ਨਹੀਂ ਸਪੋਰਟ ਕਰ ਸਕਦਾ ਤੇ ਇਹ ਆਪਦੀ ਕਿਵੇਂ ਕੌਮ ਦੇ ਮਸਲੇ ਠਾ ਦੂਗਾ। ਜੇ ਇਹਨੇ ਬਣ ਕੇ ਪਿਛਲੇ 2-3 ਮਹੀਨਿਆਂ ਦੇ ਵਿੱਚ ਕੋਈ ਮਸਲਾ ਉਠਾਇਆ ਤੇ ਤੁਸੀਂ ਦੱਸੋ। ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ ਲੋਕਾਂ ਨੂੰ ਇਹਨਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ, ਕਿਉਂਕਿ ਕਿੰਨੇ ਵੱਡੇ ਪੱਧਰ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਪਾੜਾ ਪਾ ਦਿੱਤਾ ਹੈ ਕਿ ਆਹ ਹੀ ਬਸ ਖਬਰਾਂ ਵੀ ਖਾਲਿਸਤਾਨ ਦੀਆਂ ਖਬਰਾਂ ਦੇ ਕਿੰਨਾ ਵੱਖਵਾਦ ਫੈਲਾ ਦਿੱਤਾ ਹੈ ਦੇਸ਼ ਨਾਲੋਂ। ਵੀ ਇਦਾਂ ਸਮਝਣ ਕਿ ਅਸੀਂ ਵਾਕਿਆ ਵੀ ਇੱਥੇ ਵੱਡੀ ਇੱਕ ਮੁਹਿੰਮ ਛਿੜੀ ਹੋਈ ਹੈ, ਪਰ ਖਾਲਿਸਤਾਨ ਨਾਲ ਲੋਕ ਇਹਨਾਂ ਨੇ ਕਿੰਨੇ ਕੁ ਸਹਿਮਤ ਨੇ ਉਹ ਵੀ ਆਪਾਂ ਜਾਣਦੇ ਹੀ ਹਾਂ। ਸਿਰਫ ਇਹਨਾਂ ਨਾਲ ਮੇਰਾ ਖਿਆਲ 10% ਤੋਂ ਜ਼ਿਆਦਾ ਲੋਕ ਨਹੀਂ ਸਹਿਮਤ ਹੈਗੇ। ਯਾਰ ਇੱਕ ਨਿੱਕਾ ਜਿਹਾ ਸੂਬਾ ਲੈ ਕੇ ਤੇ ਕੀ ਹਾਲਾਤ ਹੋ ਜਾਣਗੇ ਇਸ ਦੇ। ਉਧਰੋਂ ਪਾਕਿਸਤਾਨ ਵਾਲੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ, ਇਧਰੋਂ ਇੰਡੀਆ ਵਾਲੇ ਫਿਰ ਅਸੀਂ ਇੰਡੀਆ ਤੋਂ ਵੀਜ਼ੇ ਮੰਗਦੇ ਫਿਰਾਂਗੇ ਵੀ ਅਸੀਂ ਬਾਹਰ ਜਾਣਾ ਹੈ ਤੁਹਾਨੂੰ ਇੱਧਰ, ਕਿਉਂਕਿ ਸਿੱਧੀਆਂ ਨਾ ਇੱਥੋਂ ਫਲਾਈਟਾਂ ਚੱਲਣੀਆਂ, ਨਾ ਸਾਡੇ ਕੋਲ ਨੇ ਯਾਤਰੀ ਹੋਣੇ ਦੂਜੇ ਮੁਲਕਾਂ ਲਈ, ਤੇ ਨਾ ਸਾਨੂੰ ਕੋਈ ਮਾਲ ਕੱਚਾ ਮਾਲ ਕਿਤੋਂ ਆਉਣ ਲਈ, ਨਾ ਕੋਈ ਸਾਡੇ ਕੋਲ ਕੋਈ ਇਹਨਾਂ ਕੋਲੇ ਖਾਲਿਸਤਾਨ ਦੇ ਲਈ ਕੋਈ ਪਲੈਨਿੰਗ ਹੀ ਨਹੀਂ, ਕੋਈ ਇਹਨਾਂ ਕੋਲ ਬੇਸ ਹੀ ਨਹੀਂ। ਵੈਸੇ ਬਸ ਇਹਨਾਂ ਦੇ ਹਵਾ 'ਚ ਤੀਰ ਮਾਰਦੇ ਨੇ, ਕਿਉਂਕਿ ਹਵਾ 'ਚ ਤੀਰ ਇਹੋ ਮਾਰਦੇ ਨੇ ਵੀ ਇਹਨਾਂ ਨੂੰ ਤਾਂ ਮਾਰਦੇ ਨੇ ਵੀ ਇਹਨਾਂ ਨਾਲ ਬਾਹਰੋਂ ਜੋ ਕਿ ਕਹਿੰਦੇ ਵੀ ਜਿਹੜੇ ਬਾਹਰੋਂ ਕੌਮ ਦੀ ਗੱਲ ਕਰਦਾ ਹੈ ਉਹਨੂੰ ਬਹੁਤ ਪੈਸੇ ਆਉਂਦੇ ਨੇ, ਤੇ ਬਾਹਰੋਂ ਚੰਦਾ ਲੈਣ ਦੇ ਲਈ ਸਿਰਫ ਇਹ ਪ੍ਰਚਾਰੇ ਕਰ ਰਹੇ ਨੇ ਕਿ ਸਾਨੂੰ ਬਾਹਰੋਂ। ਅੱਜ ਮਜ਼ਦੂਰ ਵਰਗ ਦੇ ਕੀ ਹਾਲਾਤ ਨੇ, ਇਹ ਖਾਲਿਸਤਾਨੀ ਕਿਤੇ ਬੋਲਦੇ ਨੇ ਜਾ ਕੇ, ਕਦੇ ਬੋਲਣਾ। ਉਸ ਤੇ ਮਜ਼ਦੂਰਾਂ ਦਾ ਧਰਨਾ ਚੱਲਣ ਡਿਆ ਆਪਣੇ ਸੰਗਰੂਰ, ਉੱਥੇ ਕਿਉਂ ਨਹੀਂ ਜਾਂਦੇ? ਹੁਣ MP ਨੇ ਸੰਗਰੂਰ ਤੋਂ ਮਾਨ ਜਾਵੇ ਉੱਥੇ ਕਿਉਂ ਨਹੀਂ ਜਾਣ ਡਿਆ? ਜੇ ਤੁਸੀਂ ਕੋਈ ਚਲੋ ਜ਼ਮੀਨ ਤੇ ਉਤਰ ਕੇ ਇਸ ਦੀ ਮੰਗ ਕਰਦੇ ਖਾਲਿਸਤਾਨ ਦੀ, ਤੇ ਫਿਰ ਲੋਕਾਂ ਨੂੰ ਨਾਲ ਤੇ ਜੋੜੋ, ਲੋਕਾਂ ਦੇ ਮੁੱਦੇ ਉਠਾਓ। ਕਿਉਂ ਨਹੀਂ ਉਠਾਉਂਦੇ ਮਜ਼ਦੂਰ ਵਰਗ ਦੇ ਮੁੱਦੇ? ਕਿਉਂਕਿ ਸਿਰਫ ਇਹਨਾਂ ਨੂੰ ਹੈਗਾ ਵਾਹ ਵਾਸਤਾ ਵੀ ਆਪਣੀ ਫੋਕੀ ਸ਼ੌਹਰਤ ਦੇ ਲਈ। ਇਹਨਾਂ ਨੇ ਜੋ ਉਹਦਾ ਪੈਸਾ ਬਣਾਉਣਾ ਖਾਲਿਸਤਾਨ ਦੀ ਮੰਗ ਕਰਕੇ। ਹੁਣ ਵੇਖੋ 3000 ਕਿੱਲਾ ਪੈਲੀ ਆ ਸਿਮਰਨਜੀਤ ਮਾਨ ਕੋ, ਤੇ ਫਿਰ ਜੇ ਕਿਸੇ ਵੀ ਇਹਦੇ ਪਾਰਟੀ ਵਰਕ ਨੂੰ ਇਹਦੀ ਲੋੜ ਪੈ ਜਾਂਦੀ ਆ ਤੇ ਉਹਨਾਂ ਕੋਲ ਕਿੰਨੇ ਪੈਸੇ ਲੈਂਦਾ ਹੈ? ਆਪੇ ਦੱਸਦਾ ਸੀ ਵੀ ਮੈਂ ਚਿੱਠੀ ਲਿਖਣ ਦੇ ਕਿੰਨੇ ਪੈਸੇ ਲੈਣਾ। ਚਲੋ ਜੇ ਮੰਨ ਕੇ ਚਲੋ ਆਪਾਂ ਮੰਨਾਂਗੇ ਸਿਮਰਨਜੀਤ ਮਾਨ ਗਰੀਬ ਹੈ, ਸਾਡੇ ਵਰਗਾ ਗਰੀਬ ਹੋਵੇ, ਤੇ ਫਿਰ ਤਾਂ ਚਲੋ ਇਹਨੂੰ ਆਪਾਂ ਕਹਿ ਸਕਦੇ ਵੀ ਇਹਨੂੰ ਲੈਣਾ ਚਾਹੀਦਾ ਚੰਦਾ, ਵੀ ਇਹਦੇ ਕੋਲ ਪੈਸੇ ਨਹੀਂ ਹੈਗੇ। ਤੇ ਜਦੋਂ ਚੰਗਾ ਭਲਾ ਸਾਰਾ ਕੁਝ ਇਸ ਦੇ ਕੋਲ ਹੋਣ ਦੇ ਬਾਵਜੂਦ ਵੀ ਇਹ ਕੌਮ ਨੂੰ ਠੱਗਣ ਡਿਆ। ਆ ਜਿਹੜੀ ਪਟਨਾ ਸਾਹਿਬ ਦੇ ਜਥੇਦਾਰ ਨੇ ਕਿੰਨੇ ਕਿਲੋ ਸੋਨਾ ਨਕਲੀ ਚੜਾਤਾ ਤੇ ਸੈਟਿੰਗ ਕਰਕੇ ਸਾਰੀ, ਤੇ ਜਿਹੜਾ ਅਸਲੀ ਸੋਨਾ ਸੀ ਉਹਨਾਂ ਨੇ ਆਪ ਨੱਪ ਲਿਆ, ਤੇ ਉਹਨੂੰ ਸਜ਼ਾ ਵੇਖੋ ਕੀ ਲਾਈ ਆ, ਇੱਕ ਅਖੰਡ ਪਾਠ ਸਾਹਿਬ ਤੇ ਬਸ ਸੇਵਾ ਲਾਈ ਉਹਨੂੰ। ਇਹੋ ਜੀ ਤੇ ਮੈਂ ਖਿਆਲ ਜੇ ਕੋਈ ਸੋਨਾ ਇੰਨਾ ਨੱਪ ਲੂਗਾ ਤੇ ਉਹ ਕਹੂਗਾ ਵੀ ਇਹੋ ਜੀ ਸਜ਼ਾ ਤੇ ਹਰ ਕਿਸੇ ਨੂੰ ਮਿਲੇ, ਵੀ ਅਖੰਡ ਪਾਠ ਸਾਹਿਬ ਕਰਵਾ ਕੇ ਤੇ ਥੋੜੀ ਤਨਖਾਹੀਆ ਕਰਾ, ਵੀ ਥੋੜੀ ਸੇਵਾ ਲਾ ਕੇ ਉਹਦਾ ਕੰਮ ਨਿਬੜ ਗਿਆ। ਤੇ ਫਿਰ ਤੇ ਸਾਰੇ ਜਥੇਦਾਰ ਦੇ ਕੰਮ ਤੇ ਇਹੋ ਹੀ ਚੱਲਣ ਡਿਆ। ਪਤਾ ਵੀ ਸਾਨੂੰ ਕਿੰਨੀ ਕੁ ਸਜ਼ਾ ਮਿਲਣੀ, ਸਾਰਿਆਂ ਨੂੰ ਪਤਾ ਸਾਨੂੰ ਕਿੰਨੀ ਕੁ ਸਜ਼ਾ ਮਿਲਣੀ ਆ, ਕਿਉਂਕਿ ਇਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ, ਇਹਦੇ ਤੇ ਕਾਰਵਾਈ ਹੋਣੀ ਚਾਹੀਦੀ। ਵੀ 420 ਦਾ ਪਰਚਾ ਹੋਣਾ ਚਾਹੀਦਾ, ਵੀ ਗੁਰੂ ਘਰ ਦੇ ਨਾਲ ਇਹਨੇ 420 ਕੀਤੀ ਆ ਤੇ ਕੀ ਤੁਸੀਂ ਸਜ਼ਾ ਲਾਈ ਜੇ? ਇਹੋ ਜਿਹੀ ਸਜ਼ਾ ਤੇ ਭਾਲਦੇ ਨੇ। ਉਹਦਾ ਕੀ ਨੁਕਸਾਨ ਹੋ ਗਿਆ ਦੱਸ ਇਸ ਸਜ਼ਾ ਦੇ ਵਿੱਚ? ਇਸ ਕਰਕੇ ਇਹਨਾਂ ਨੇ ਅੱਜ ਤੱਕ ਕੌਮ ਨੂੰ ਜਿੰਨਾ ਗੁੰਮਰਾਹ ਕੀਤਾ ਹੈ, ਤੇ ਖਾਲਿਸਤਾਨ ਦੇ ਨਾਲ ਜਿੰਨੇ ਵੀ ਇਹਨਾਂ ਨੂੰ ਕੰਡਮ ਕਰੋ ਬਿਲਕੁਲ, ਕਿਉਂਕਿ ਅਸੀਂ ਇਸ ਦੇ ਬਿਲਕੁਲ ਹਮਾਇਤੀ ਨਹੀਂ ਗੇ। ਅਸੀਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਸੋਚ ਦੇ ਅੰਬੇਦਕਰਵਾਦੀ ਹਾਂ, ਅਸੀਂ ਉਹਨਾਂ ਦੀ ਸੋਚ ਦੇ ਹਮਾਇਤੀ ਹਾਂ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਖਾਲਸਾ ਪੰਥ ਦੀ ਸਥਾਪਨਾ ਕਰਕੇ ਜੋ ਸੰਵਿਧਾਨ ਦਿੱਤੇ ਸਨ, ਇਹ ਉਹ ਸਾਰੇ ਭਟਕੇ ਹੋਏ ਲੋਕ ਨੇ ਜੋ ਖਾਲਿਸਤਾਨ ਦੀ ਮੰਗ ਕਰਦੇ ਨੇ। ਕਿਉਂਕਿ ਖਾਲਿਸਤਾਨ ਦੇ ਮੁੱਦੇ ਲਈ ਇਹਨਾਂ ਦੇ ਕੋਲ ਕੋਈ ਬੇਸ ਨਹੀਂ ਹੈਗਾ, ਕੋਈ ਇਹਨਾਂ ਕੋਲ ਆਧਾਰ ਨਹੀਂ ਹੈਗਾ ਖਾਲਿਸਤਾਨ ਦਾ। ਵੀ ਕੀ ਸਾਡੇ ਖਾਲਿਸਤਾਨ ਦੇ ਵਿੱਚ ਕੀ ਰੂਲ ਹੋਣਗੇ, ਕੀ ਅਧਿਕਾਰ ਹੋਣਗੇ ਲੋਕਾਂ ਦੇ? ਕਿਉਂਕਿ ਜੇ ਅੱਜ ਇਹ ਵੱਡੇ ਪੱਧਰ ਤੇ ਏਡਾ ਜਾਤੀ ਵਿਤਕਰਾ ਲੋਕਾਂ ਨਾਲ ਕਰਨ ਡਏ ਨੇ, ਤੇ ਖਾਲਿਸਤਾਨ ਬਣਾ ਕੇ ਕੀ ਹਾਲਾਤ ਹੋਣਗੇ? ਜਿੱਥੇ ਸਾਹਿਬ ਕਾਂਸ਼ੀ ਰਾਮ ਜੀ ਵਰਗੇ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਵਰਗੇ ਲੋਕਾਂ ਨੇ ਸੰਵਿਧਾਨ ਸਾਨੂੰ ਲੈ ਕੇ ਦਿੱਤਾ, ਸਾਨੂੰ ਹੱਕ ਲੈ ਕੇ ਦਿੱਤੇ ਨੇ,
ਤੇ ਉਹਨਾਂ ਦੀ ਉਲੰਘਣਾ ਕਰਨ ਡਏ ਨੇ, ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਡਏ ਨੇ, ਤੇ ਫਿਰ ਕੱਲ ਨੂੰ ਇਹ ਕਿਵੇਂ ਸਾਡੇ ਹੱਕਾਂ ਦੀ ਆਵਾਜ਼ ਬੁਲੰਦ ਕਰਨਗੇ? ਜੇ ਕਿਸੇ ਵੀ ਲੋਕਾਂ ਦੇ ਮਨ ਦੇ ਵਿੱਚ ਭਰਮ ਹੋਵੇ ਕਿ ਖਾਲਿਸਤਾਨ ਲੈ ਕੇ ਸਾਡੇ ਲੋਕ ਸੌਖੇ ਹੋ ਜਾਣਗੇ, ਤੇ ਇਹ ਸਾਡੇ ਲੋਕਾਂ ਨੂੰ ਭੁਲੇਖਾ ਹੈ। ਕਿਉਂਕਿ ਇਹ ਕੁਛ ਤਾਨਾਸ਼ਾਹੀ ਇਹਨਾਂ ਦਾ ਤਾਨਾਸ਼ਾਹੀ ਰਵੱਈਆ ਵੇਖੋ ਤੁਸੀਂ ਕਿਵੇਂ ਪੇਸ਼ ਆ ਰਹੇ ਨੇ ਲੋਕਾਂ ਦੇ ਨਾਲ। ਵੀ ਲੋਕਾਂ ਦੀਆਂ ਦਾੜੀਆਂ ਫੜਨ ਤੱਕ ਜਾਣ ਡਿਆ ਸਿਮਰਨਜੀਤ ਮਾਨ, ਤੇ ਫਿਰ ਸਾਡੇ ਲੋਕਾਂ ਦਾ ਕੀ ਭਲਾ ਕਰ ਦੂਗਾ? ਇਸ ਕਰਕੇ ਸਾਡੇ ਲੋਕਾਂ ਨੂੰ ਇਹਦੇ ਤੋਂ ਸਾਵਧਾਨ ਹੋਣ ਦੀ ਲੋੜ ਹੈ, ਕਿਉਂਕਿ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ। ਜਿੱਥੇ ਸਾਡੇ ਕੋਲ ਏਡਾ ਵੱਡਾ ਦੇਸ਼ ਹੈ, ਅਸੀਂ ਜਾ ਕੇ ਕਿਤੇ ਵੀ ਦਿੱਲੀ ਤੋਂ ਲੈ ਕੇ ਕਲਕੱਤੇ ਬੰਬੇ ਤੱਕ ਸਾਡੇ ਲੋਕ ਕੰਮ ਕਰਦੇ ਨੇ, ਕਰ ਸਕਦੇ ਨੇ ਬਾਹਰ। ਹੁਣ ਜਿਹੜੇ ਪੰਜਾਬੀ ਬੈਠੇ ਹੋਏ ਨੇ ਕਲਕੱਤੇ, ਬੰਬੇ, ਦਿੱਲੀ, ਆ ਸਾਰੇ ਪੰਜਾਬ ਦੇ ਰਾਜਾਂ ਵਿੱਚ, MP, UP ਦੇ ਵਿੱਚ, ਤੇ ਜੇ ਖਾਲਿਸਤਾਨ ਬਣਦਾ ਉਹਨਾਂ ਦਾ ਕੀ ਹਾਲਾਤ ਹੋਣਗੇ? ਕੀ ਇੱਕ ਵਾਰ ਫਿਰ 47 ਵਰਗੇ ਹਾਲਾਤ ਪੈਦਾ ਹੋ ਜਾਣਗੇ? ਉਹਨਾਂ ਨੂੰ ਉੱਥੋਂ ਉਜੜ ਕੇ ਸਾਹਮਣਾ ਉਜੜਨਾ ਪਊਗਾ, ਉੱਥੋਂ ਆਉਣਾ ਪਊਗਾ। ਤੇ ਜੇ ਇੱਥੇ ਅਸੀਂ, ਕਿਉਂਕਿ ਜਿੱਡੀ ਕੱਟੜ ਸੋਚ ਰੱਖੀ ਖੜੇ, ਮੰਨ ਕੇ ਚਲੋ ਇਹ ਘੱਟ ਗਿਣਤੀ ਜੋ ਹਿੰਦੂ ਭਾਈਚਾਰੇ ਨਾਲ ਕੀ ਵਰਤਾਵਾ ਕਰਨਗੇ, ਤੇ ਜੇ ਇਹ ਉਹਨਾਂ ਨਾਲ ਮਾੜਾ ਵਰਤਾਓ ਕਰਨਗੇ, ਤੇ ਫਿਰ ਜਿਹੜੇ ਸਾਡੇ ਉੱਥੇ ਭਾਈਚਾਰਾ ਬੈਠਾ ਉਹਨਾਂ ਦੇ ਕੀ ਹਾਲਾਤ ਹੋਣਗੇ? ਇਸ ਕਰਕੇ ਸਾਡੇ ਲੋਕਾਂ ਨੂੰ ਇਸ ਤੋਂ ਸਾਵਧਾਨ ਹੋਣ ਦੀ ਲੋੜ ਹੈ। ਕਿਉਂਕਿ ਜੇ ਅਸੀਂ ਏਡੇ ਵੱਡੇ ਦੇਸ਼ ਦੇ ਵਿੱਚ, ਜਿੱਥੇ ਸਾਨੂੰ ਸਾਰੇ ਅਧਿਕਾਰ ਮਿਲੇ ਹੋਏ, ਬਾਬਾ ਸਾਹਿਬ ਭੀਮ ਰਾਓ ਜੀ ਨੇ ਅਧਿਕਾਰ ਲੈ ਕੇ ਦਿੱਤੇ ਨੇ, ਜਿੱਥੇ ਵਾਰ-ਵਾਰ ਮੁੱਦਾ ਛਾਲਿਆ ਜਾਂਦਾ ਹੈ ਕਿ ਸਿੱਖ ਇਸ ਦੇ ਗੁਲਾਮ ਨੇ, ਸਿੱਖਾਂ ਨੂੰ ਇਦਾਂ। ਯਾਰ ਜੇ ਤੁਸੀਂ ਸਿਮਰਨਜੀਤ ਮਾਨ ਵਰਗਾ ਇੱਕ ਬੰਦੇ ਦੀ ਦਾੜੀ ਫੜ ਸਕਦਾ ਹੈ, ਧੱਕੇ ਮਾਰਨ ਡਿਆ ਪ੍ਰੈਸ ਕਾਨਫਰੰਸ ਦੇ ਵਿੱਚ, ਸ਼ਰੇਆਮ ਬੇਇੱਜ਼ਤੀ ਕਰਨ ਡਿਆ ਹੈ ਸਿਆਣੇ ਬਿਆਣੇ ਉਮਰ ਦੇ ਬੰਦਿਆਂ ਦੀ, ਤੇ ਫਿਰ ਦੂਜਿਆਂ ਦੇ ਕੀ ਹਾਲਾਤ ਹੋਣਗੇ? ਫਿਰ ਅਮਰਤਪਾਲ ਸਿੰਘ ਮਹਿਰੋ ਨੇ ਜਿਹੜੇ ਕੌਮ ਦੀ ਸੇਵਾ ਕੀਤੀ, ਜਿਨ੍ਹਾਂ ਨੂੰ ਆਪਾਂ ਸੇਵਾਦਾਰ ਕਹਿੰਦੇ ਕੌਮ ਦਾ, ਇਹਨੇ ਉਸ ਦੀ ਕਿੱਡੇ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਸੀ ਵੀ ਮੈਂ ਨਹੀਂ ਤੇਰੇ ਮਗਰ ਆ ਸਕਦਾ, ਜੇ ਤੇਰੇ ਕੋਲ ਪੈਸੇ ਹੈਗੇ ਤਾਂ ਉਹਦੀ ਜ਼ਮਾਨਤ ਕਰਾ ਲਾ। ਕੀ ਕਰੂਗੇ ਸਾਡੇ ਲਈ ਦੱਸੋ? ਕੀ ਉਹ ਇੱਕ ਗਰੀਬ ਲਈ ਉਹਨੇ ਆਵਾਜ਼ ਉਠਾਈ ਸੀ, ਮਜ਼ਲੂਮ ਲਈ, ਤੇ ਇਹਨੇ ਉਹਦੇ ਹੱਕ 'ਚ ਨਹੀਂ ਖੜਾ, ਤੇ ਕਿੱਥੋਂ ਸਾਡੇ ਹੱਕ ਦੀ ਗੱਲ ਕਰ ਲੂਗਾ? ਜੇ ਅਸੀਂ ਇੰਨੇ ਚਿਰ 'ਚ ਬਾਦਲਾਂ ਨੂੰ ਕੋਸਦੇ ਆ ਰਹੇ ਕਿ ਬਾਦਲਾਂ ਨੇ ਕੌਮ ਦਾ ਭਲਾ ਨਹੀਂ ਕੀਤਾ, ਤੇ ਅਸੀਂ ਸਿਮਰਜੀਤ ਮਾਨ ਨੂੰ ਬਣਾ ਕੇ, ਤੇ ਇਹਨੇ ਕੀ ਕਰ ਦਿੱਤਾ ਵੇਖੋ 3 ਮਹੀਨਿਆਂ ਦੇ। ਜੇਕਰ ਅੱਜ ਇਹ ਖੜ ਜਾਵੇ ਤੇ ਅੱਜ ਇਹਦੀ ਫਿਰ ਜ਼ਮਾਨਤ ਜ਼ਬਤ ਹੋ ਜਾਊਗੀ, ਕਿਉਂਕਿ ਲੋਕਾਂ ਨੇ ਜੋ ਵਿਸ਼ਵਾਸ ਕੀਤਾ ਸੀ, ਇਹਨੇ ਇੱਕ ਵੀ ਬਿਆਨ ਨਹੀਂ ਜਾ ਕੇ ਦਿੱਤਾ, ਕਿਉਂਕਿ ਰਲਿਆ ਹੋਇਆ ਏਜੰਸੀਆਂ ਦੇ ਨਾਲ ਹੈ। ਪਹਿਲਾਂ ਹੀ ਪੰਜਾਬ ਪੁਲਿਸ ਦਾ ਹੈਗਾ, ਸਰਕਾਰੀ ਬੰਦਾ ਹੈ। ਇਹਨਾਂ ਤੋਂ ਸਾਵਧਾਨੀ, ਖਾਲਿਸਤਾਨੀ ਜਿਹੜੇ, ਇਹਨਾਂ ਤੋਂ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ, ਕਿਉਂਕਿ ਇਹਨਾਂ ਦੇ ਕੋਲੇ ਕੋਈ ਏਜੰਡਾ ਨਹੀਂ ਹੈਗਾ, ਕਿਸੇ ਦੀ ਭਲਾਈ ਦਾ ਨਹੀਂ ਏਜੰਡਾ ਹੈਗਾ। ਜਿਨ੍ਹਾਂ ਨੇ ਗੁਰੂ ਘਰਾਂ ਦੇ ਵਿੱਚ ਬਹਿ ਕੇ ਗਰੀਬ ਲੋਕਾਂ ਦੀ ਮਤੇ ਪਾਏ ਨੇ, ਤੇ ਉਹ ਕਿੱਥੋਂ ਲੋਕਾਂ ਦਾ ਭਲਾ ਕਰ ਦੇਣਗੇ? ਇਹ ਸਾਨੂੰ ਬਾਬਾ ਜੋ ਭੀਮ ਰਾਓ ਸਾਹਿਬ ਜੀ ਨੇ ਸੰਵਿਧਾਨ ਲੈ ਕੇ ਦਿੱਤਾ, ਸੰਵਿਧਾਨਿਕ ਸਾਨੂੰ ਹੱਕ ਲੈ ਕੇ ਦਿੱਤੇ ਨੇ, ਅੱਜ ਉਸੇ ਦੀ ਬਦੌਲਤ ਜੇਕਰ ਸਾਡੇ ਤੇ ਕੁਛ ਜ਼ੁਲਮ ਦੀ ਠੱਲ ਪਈ, ਤੇ ਉਹਨਾਂ ਦੀ ਬਦੌਲਤ ਪਈ ਆ। ਕਿਉਂਕਿ ਧੱਕਾ ਕੌਣ ਲੋਕ ਕਰ ਰਹੇ ਨੇ ਪੰਜਾਬ ਦੇ ਵਿੱਚ, ਇਹਨਾਂ ਨੂੰ ਸਾਰਾ ਪਤਾ ਹੀ ਆ। ਕਿਹਨੂੰ ਕਿਸੇ ਨੂੰ ਭੁੱਲੇ ਦੱਸੋ? ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਜੋ ਅੰਬੇਦਕਰਵਾਦੀ ਲੋਕ ਨੇ ਸਾਡੇ ਸਮਾਜ ਦੀ, ਜੋ ਕਿ ਸਾਡੀ ਲੜਾਈ ਮਾਨ ਸਨਮਾਨ ਦੀ ਹੈ, ਇੱਜ਼ਤ ਦੀ ਲੜਾਈ ਹੈ, ਸਾਨੂੰ ਬਰਾਬਰ ਦੇ ਇੱਜ਼ਤ ਦਾ ਮਾਨ ਸਨਮਾਨ ਮਿਲੇ ਸਾਨੂੰ। ਕਿਉਂਕਿ ਇਹ ਨਹੀਂ ਵੀ ਕੋਈ ਗਰੀਬ ਬੰਦਾ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਤੇ ਸਿਮਰਨਜੀਤ ਮਾਨ ਦੇ ਤਾਂ ਅਸੀਂ ਹਾਲਾਤ ਵੇਖ ਹੀ ਲਏ ਨੇ ਵੀ ਕਿੱਦਾਂ ਦਾ ਹੁੰਦਾ ਬਿਹੇਵੀਅਰ ਰਹਿਣ ਵਾਲਾ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।